ਸ਼ਹੀਦੀ ਪਰੰਪਰਾ ਇਹ ਖੇਲ ਕਠਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੀਤ ਦੀਆਂ ਰੂਹਾਂ ਨੂੰ ਮੁੜ ਜਗਾਉਣ ਦਾ ਇਹ ਅਮਲ ਇੰਨਾ ਸਹਿਲ ਤੇ ਸਰਲ ਪੱਧਰਾ ਨਹੀਂ ਹੈ। ਆਖਰ ਕੌਮੀ ਵਿਰਸਾ ਕੋਈ ਪੱਧਰੇ ਪਿਆ ਲਾਵਾਰਸ ਖਜ਼ਾਨਾ ਨਹੀਂ ਕਿ ਕਿਸੇ ਦਾ ਜਦੋਂ ਜੀ ਕੀਤਾ ਇਸ ਉੱਤੇ ਹੱਕ ਜਮਾ ਲਿਆ। ਵਿਰਸਾ ਕੌਮਾਂ ਦਾ ਰੂਹਾਨੀ ਸਰਮਾਇਆ ਹੁੰਦਾ ਹੈ। ਇਸ ਨਾਲ ਕੋਈ ਰੂਹਾਂ ਵਾਲਾ ਹੀ ਸੰਵਾਦ ਰਚਾ ਸਕਦਾ ਹੈ। ਇਹ ਸੁਭਾਗ ਹਰ ਕਿਸੇ ਨੂੰ ਨਸੀਬ ਨਹੀਂ ਹੋ ਸਕਦਾ। ਜਿਵੇਂ ਕਿ ਕਿਸੇ ਵੀ ਮੁੱਲਵਾਨ ਸ਼ੈ ਦੇ ਮਾਮਲੇ 'ਚ ਅਕਸਰ ਵਾਪਰਦਾ ਹੈ, ਸਿੱਖ ਕੌਮ ਦੇ ਅਮੀਰ ਵਿਰਸੇ ਦੀ ਦਾਅਵੇਦਾਰੀ ਨੂੰ ਲੈ ਕੇ ਇਤਿਹਾਸ ਵਿੱਚ ਸਿੱਖ ਪੰਥ ਅੰਦਰ ਹਮੇਸ਼ਾ ਹੀ ਤਿੱਖੀਆਂ ਵੰਡਾਂ ਤੇ ਬਖੇੜੇ ਖੜੇ ਹੁੰਦੇ ਰਹੇ ਹਨ। ਇਤਿਹਾਸ ਦੇ ਮੰਚ ਤੇ ਹਮੇਸ਼ਾ ਹੀ ਇੱਕ ਤੋਂ ਬਹੁਤੇ ਦਾਅਵੇਦਾਰ ਪੇਸ਼ ਹੁੰਦੇ ਰਹੇ ਹਨ, ਪਰ ਅੰਤ ਵਿੱਚ ਜਾ ਕੇ ਇਸ ਮੁਕੱਦਮੇਬਾਜ਼ੀ ਵਿੱਚ ਇਤਿਹਾਸ ਦਾ ਫੈਸਲਾ ਉਸ ਧਿਰ ਦੇ ਪੱਖ ਵਿੱਚ ਹੋਇਆ ਜੋ ਆਪਣੀ ਵਿਚਾਰਧਾਰਾ ਤੇ ਅਮਲ ਦੇ ਜ਼ਰੀਏ ਇਸ ਵਿਰਸੇ ਦੀ ਰੂਹ ਦੇ ਹਾਣ ਪ੍ਰਵਾਨ ਦੀ ਹੋਣ ਦੇ ਵੱਧ ਪੁਖਤਾ ਸਬੂਤ ਜੁਟਾ ਸਕੀ। ਇਤਿਹਾਸ ਦੀ ਇਸ ਅਦਾਲਤ ਵਿੱਚ ਕਦੇ ਵੀ ਜਾਲੀ ਪ੍ਰਮਾਣ ਪੱਤਰ ਪ੍ਰਵਾਨ ਨਹੀਂ ਹੋਇਆ। ਇਤਿਹਾਸ ਦੇ ਨਾਇਕ ਬਣਨ ਦਾ ਮਾਣ ਉਸੇ ਦੇ ਹਿੱਸੇ ਆਇਆ ਜੋ ਸੱਚਾ ਪ੍ਰਮਾਣ ਪੱਤਰ ਪੇਸ਼ ਕਰ ਸਕਿਆ। ਜਿਹੜੇ ਕਿਸੇ ਵੀ ਪੱਖੋਂ ਕੱਚੇ ਜਾਪੇ ਉਹ ਇਤਿਹਾਸਕ ਅਮਲ ਦੇ ਹਾਸ਼ੀਏ ਤੇ ਜਾ ਟਿਕੇ। ਗਦਰੀ ਦੇਸ਼ ਭਗਤਾਂ, ਜਿਨ੍ਹਾਂ ਚੋਂ ਵੱਡੀ ਗਿਣਤੀ ਪੰਜਾਬ ਦੇ ਸਿੱਖ ਕਿਸਾਨਾਂ ਦੀ ਸੀ, ਨੇ 20ਵੀਂ ਸਦੀ ਦੇ ਆਰੰਭਕ ਵਰ੍ਹਿਆਂ ਅੰਦਰ 1914-15 ਪੰਜਾਬ ਦੀ ਜਨਤਾ ਨੂੰ ਬਰਤਾਨਵੀ ਸਾਮਰਾਜਵਾਦ ਦੀ ਗੁਲਾਮੀ ਵਿਰੁੱਧ ਹਥਿਆਰਬੰਦ ਬਗਾਵਤ ਲਈ ਉਤੇਜਿਤ ਕਰਨ ਦੇ ਮਨੋਰਥ ਨਾਲ ਜੁਝਾਰੂ ਸਿੱਖ ਵਿਰਸੇ ਦੀ ਸੁਚੇਤ ਵਰਤੋਂ ਕਰਨ ਦੇ ਗਹਿਰ ਗੰਭੀਰ ਯਤਨ ਕੀਤੇ ਸਨ। ਗਦਰੀ ਸਾਹਿਤ ਤੇ ਸਰਗਰਮੀਆਂ ਉੱਤੇ ਸਰਸਰੀ ਝਾਤ ਮਾਰਿਆਂ ਹੀ ਦੋ ਤੱਥ ਉਗਣਵੇਂ ਰੂਪ 'ਚ ਸਾਹਮਣੇ ਆ ਜਾਂਦੇ ਹਨ। ਇੱਕ ਇਹ ਕਿ ਸਿੱਖ ਪਿਛੋਕੜ 'ਚੋਂ ਆਏ ਗਦਰੀ ਦੇਸ਼ ਭਗਤਾਂ ਨੂੰ ਗੁਲਾਮੀ ਵਿਰੁੱਧ ਬਗਾਵਤ ਕਰਨ ਲਈ ਪ੍ਰੇਰਿਤ ਕਰਨ ਵਾਲਾ ਪ੍ਰਮੁੱਖ ਤੱਤ ਕੋਈ ਹੋਰ ਨਹੀਂ, ਜੁਝਾਰੂ ਸਿੱਖ ਵਿਰਸਾ ਹੀ ਸੀ। ਦੂਜਾ, ਪੰਜਾਬ ਦੀ ਸਿੱਖ ਜਨਤਾ ਨੂੰ ਬਗਾਵਤ ਲਈ ਉਭਾਰਨ ਵਾਸਤੇ ਵੀ ਉਹਨਾਂ ਇਸ ਪੱਖ ਉੱਤੇ ਉਚੇਚਾ ਜ਼ੋਰ ਦਿੱਤਾ। ਉਹਨਾਂ ਦੁਆਰਾ ਰਚੀਆਂ ਕਵਿਤਾਵਾਂ ਅਤੇ ਉਹਨਾਂ ਦੀਆਂ ਲਿਖਤਾਂ ਤੇ ਭਾਸ਼ਣਾਂ ਅੰਦਰ ਜੁਝਾਰੂ ਸਿੱਖ ਵਿਰਸੇ ਦਾ ਉਲੇਖ ਆਮ ਵੇਖਣ ਨੂੰ ਮਿਲਦਾ ਹੈ। ਪਰ ਆਪਣੇ ਸਾਰੇ ਸੁਹਿਰਦ ਯਤਨਾਂ ਦੇ ਬਾਵਜੂਦ ਗਦਰੀ ਦੇਸ਼ ਭਗਤਾਂ ਦੀਆਂ ਪ੍ਰਚਾਰ ਸਰਗਰਮੀਆਂ ਸਿੱਖ ਜਨਤਾ ਦੇ ਮਨਾਂ ਨੂੰ ਟੁੰਬਣ 'ਚ ਬਹੁਤੀਆਂ ਸਫਲ ਨਾ ਹੋ ਸਕੀਆਂ। ਕਾਰਨ ਇਹ ਨਹੀਂ ਕਿ ਪੰਜਾਬ ਦੀ ਸਿੱਖ ਜਨਤਾ ਬਰਤਾਨਵੀ ਹਕੂਮਤ ਵਿਰੁੱਧ ਲੜਨ ਦਾ ਮਨ ਜਾਂ ਇਰਾਦਾ ਨਹੀਂ ਸੀ ਰੱਖਦੀ, ਕਿਉਂਕਿ ਇਸ ਤੋਂ ਥੋੜੇ ਹੀ ਚਿਰ ਬਾਅਦ ਉਹੀ ਸਿੱਖ ਜਨਤਾ ਗੁਰਦੁਆਰਿਆਂ ਨੂੰ ਮਹੰਤਾਂ ਦੇ ਚੁੰਗਲ 'ਚੋਂ ਮੁਕਤ ਕਰਾਉਣ ਲਈ ਛਿੜੇ ਅੰਦੋਲਨ ਵਿੱਚ ਬਰਤਾਨਵੀ ਹਕੂਮਤ ਵਿਰੁੱਧ ਮਰਨ ਮਾਰਨ ਤੇ ਉਤਾਰੂ ਹੋ ਗਈ ਸੀ। ਗਦਰੀ ਦੇਸ਼ ਭਗਤਾਂ ਦੇ ਇਸ ਅਸਫਲ ਤੇ ਨਿਰਾਸ਼ਾਜਨਕ ਤਜਰਬੇ ਦੀ ਤੁਲਨਾ ਵਿੱਚ ਗੁਰਦੁਆਰਿਆਂ ਦੀ ਆਜ਼ਾਦੀ ਦੇ ਅੰਦੋਲਨ ਦੌਰਾਨ ਸਿੱਖ ਪੰਥ ਦੀਆਂ ਅਗਵਾਨੂ ਤਾਕਤਾਂ ਸਿੱਖ ਜਨਤਾ ਅੰਦਰ ਕੁਰਬਾਨੀ ਤੇ ਸ਼ਹਾਦਤ ਦਾ ਜਜ਼ਬਾ ਉਭਾਰਨ ਵਿੱਚ ਸੰਪੂਰਨਤਾ ਦੀ ਹੱਦ ਤੱਕ ਸਫਲ ਹੋ ਗੁਜ਼ਰੀਆਂ ਸਨ। ਇਤਿਹਾਸ ਦੇ ਇਹਨਾਂ ਦੋ ਟਕਰਾਵੇਂ ਤਜਰਬਿਆਂ ਦੀ ਹਕੀਕਤ ਸਿੱਖ ਜੱਦੋ-ਜਹਿਦ ਦੇ ਮੂਲ ਖਾਸੇ ਤੇ ਗਤੀ ਅਮਲ ਨੂੰ ਸਮਝਣ ਲਈ ਬੇਹੱਦ ਮਹੱਤਵਪੂਰਨ ਹੈ। ਪਿਛਲੀ ਸਦੀ ਦੇ ਸਮੁੱਚੇ ਸਿੱਖ ਅਮਲ ਉੱਤੇ ਸਰਸਰੀ ਝਾਤ ਮਾਰਿਆਂ ਹੀ ਇਹ ਤੱਥ ਸਾਫ਼ ਪਛਾਣਿਆ ਜਾ ਸਕਦਾ ਹੈ ਕਿ ਸਿੱਖ ਜਨਤਾ ਇੱਕ ਤਾਂ ਹਰ ਮਸਲੇ ਤੇ ਹੀ ਅਤੇ ਦੂਜਾ ਹਰ ਕਿਸੇ ਵੱਲੋਂ ਹੀ ਬਿਗਲ ਵਜਾ ਦੇਣ ਤੇ ਜਾਨਾਂ ਵਾਰਨ ਲਈ ਤਤਪਰ ਨਹੀਂ ਹੋ ਜਾਂਦੀ। ਸਿੱਖ ਕੌਮ ਅੰਦਰ ਜੱਦੋ-ਜਹਿਦ ਤੇ ਕੁਰਬਾਨੀ ਦਾ ਜਜ਼ਬਾ ਉਭਾਰਨ ਵਿੱਚ ਸਭ ਤੋਂ ਪ੍ਰਮੁੱਖ ਭੂਮਿਕਾ ਮੁੱਦੇ ਤੇ ਮਨੋਰਥ ਦੀ ਹੈ। ਅਰਥਾਤ ਲੜਾਈ ਕਿਸ ਮੁੱਦੇ ਤੇ ਅਤੇ ਕਿਸ ਮਨੋਰਥ ਲਈ ਲੜੀ ਜਾਂਦੀ ਹੈ। ਇਹ ਇੱਕ ਆਮ ਸੱਚਾਈ ਹੈ ਕਿ ਕਿਸੇ ਵੀ ਸਮਾਜੀ ਵਰਗ ਜਾਂ ਭਾਈਚਾਰੇ ਨੂੰ ਜੱਦੋ-ਜਹਿਦ ਲਈ ਉਭਾਰਨ ਵਾਸਤੇ ਕੋਈ ਅਜਿਹਾ ਮਸਲਾ ਅੱਗੇ ਲਿਆਉਣਾ ਜ਼ਰੂਰੀ ਹੋ ਜਾਂਦਾ ਹੈ ਜੋ ਉਹਨਾਂ ਦੇ ਧਿਆਨ ਦਾ ਕੇਂਦਰ ਬਿੰਦੂ ਬਣ ਸਕੇ। ਅਰਥਾਤ ਅਜਿਹਾ ਫੋਕਸ
ਜੋ ਉਹਨਾਂ ਨੂੰ ਵੱਧ ਸ਼ਿੱਦਤ ਨਾਲ ਟੁੰਬ ਸਕੇ। ਆਪਣੇ ਮੂਲ ਚਰਿੱਤਰ ਤੇ ਸੰਵੇਦਨਸ਼ੀਲਤਾ ਦੇ ਪੱਖ ਤੋਂ ਸਾਰੇ ਵਰਗ ਜਾਂ ਕੌਮੀ ਭਾਈਚਾਰੇ ਇੱਕੋ ਜਿਹੇ ਨਹੀਂ ਹੋਇਆ ਕਰਦੇ, ਹੋ ਹੀ ਨਹੀਂ ਸਕਦੇ, ਕਿਉਂਕਿ ਅਜਿਹਾ ਹੋ ਜਾਣ ਨਾਲ ਕੁਦਰਤ ਦੇ ਵੰਨ ਸੁਵੰਨਤਾ ਦੇ ਨਿਯਮ ਵਿੱਚ ਭੰਗਣਾ ਪੈਂਦੀ ਹੈ। ਹਰ ਕੌਮ ਦੇ ਮਨਾਂ ਦੇ ਨਾਜ਼ੁਕ ਹਿੱਸੇ ਅਲੱਗ-ਅਲੱਗ ਹੋਇਆ ਕਰਦੇ ਹਨ। ਕੋਈ ਕਿਸੇ ਖਾਸ ਗੱਲ ਦੀ ਵੱਧ ਚੁੱਭ ਮੰਨਦਾ ਹੈ ਤੇ ਕੋਈ ਦੂਸਰਾ ਕਿਸੇ ਹੋਰ ਗੱਲ ਦੀ। ਕਿਸੇ ਦਾ ਕੌਮੀ ਸਵੈਮਾਨ ਕਿਸੇ ਖਾਸ ਗੱਲ ਨਾਲ ਜੁੜਿਆ ਹੁੰਦਾ ਹੈ ਤੇ ਕਿਸੇ ਦੂਸਰੇ ਦਾ ਕਿਸੇ ਹੋਰ ਗੱਲ ਨਾਲ। ਮਨੁੱਖਾਂ ਤੇ ਕੌਮੀ ਭਾਈਚਾਰਿਆਂ ਵਿਚਕਾਰ ਇਹ ਵਖਰੇਵੇਂ ਨਰੋਲ ਇਤਿਹਾਸ ਦੀ ਦੇਣ ਨਹੀਂ ਹੁੰਦੇ, ਇਸ ਵਿੱਚ ਇਲਾਹੀ ਰਹਿਮਤ ਦਾ ਵੀ ਵੱਡਾ ਯੋਗਦਾਨ ਹੁੰਦਾ ਹੈ। ਪੈਗੰਬਰ ਦੀ ਮੰਨਤਾ ਹਰ ਸੰਗਠਿਤ ਧਰਮ ਦਾ ਬੁਨਿਆਦੀ ਆਧਾਰ ਹੈ। ਹਰ ਧਰਮ ਦੇ ਲੋਕ ਆਪਣੇ ਪੈਗੰਬਰਾਂ ਨੂੰ ਪਰਮੇਸ਼ਰ ਮੰਨਦੇ ਤੇ ਉਹਨਾਂ ਪ੍ਰਤੀ ਅਨੰਤ ਸ਼ਰਧਾ ਤੇ ਸਨੇਹ ਜਤਾਉਂਦੇ ਹਨ। ਪਰ ਸਿੱਖਾਂ ਦੀ ਆਪਣੇ ਗੁਰੂਆਂ ਨਾਲ ਮੋਹ ਮੁਹੱਬਤ ਦੀ ਤਾਸੀਰ ਹੀ ਕੁਝ ਅਲੱਗ ਹੈ। ਆਪਣੇ ਗੁਰੂਆਂ ਦੀ ਹਰ ਯਾਦ ਅਤੇ ਉਹਨਾਂ ਦੀ ਹਰ ਨਿਸ਼ਾਨੀ ਪ੍ਰਤੀ ਜੋ ਅਦਬ ਅਤੇ ਪਿਆਰ ਸਿੱਖ ਹਿਰਦਿਆਂ ਅੰਦਰ ਹੈ, ਉਹ ਲਾਮਿਸਾਲ ਤਾਂ ਹੈ ਹੀ, ਲਾਜਵਾਬ ਵੀ ਹੈ। ਧਾਰਮਿਕ ਗ੍ਰੰਥਾਂ ਵਿੱਚ ਅਟੁੱਟ ਸ਼ਰਧਾ ਹਰ ਧਰਮ ਦਾ ਮੂਲ ਆਧਾਰ ਹੈ, ਪਰ ਸਿੱਖ ਧਰਮ ਅੰਦਰ ਜੋ ਸਥਾਨ ਤੇ ਮਹੱਤਵ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਸਲ ਹੈ, ਉਹ ਦੁਨੀਆ ਅੰਦਰ ਹੋਰ ਕਿਸੇ ਧਾਰਮਿਕ ਗ੍ਰੰਥ ਨੂੰ ਨਹੀਂ। ਸਿੱਖਾਂ ਵੱਲੋਂ ਗੁਰੂ ਗ੍ਰੰਥ ਨੂੰ ਖਾਲੀ ਧਾਰਮਿਕ ਪੋਥੀ ਨਾ ਸਮਝ ਕੇ ਇਸ ਨੂੰ 10 ਪਾਤਸ਼ਾਹੀਆਂ ਦੀ ਆਤਮਿਕ ਜੋਤ ਅਤੇ ਹਾਜ਼ਰਾ ਹਜ਼ੂਰ ਗੁਰੂ ਦਾ ਰੁਤਬਾ ਦੇਣਾ ਧਰਮਾਂ ਦੇ ਇਤਿਹਾਸ ਅੰਦਰ ਅਨੂਠੀ ਮਿਸਾਲ ਹੈ। ਗੁਰਦੁਆਰਾ ਸਿੱਖਾਂ ਲਈ ਗੁਰੂ ਦਾ ਘਰ ਹੈ, ਅਰਥਾਤ ਉਹ ਮੁਕੱਦਸ ਸਥਾਨ ਜਿੱਥੇ ਗੁਰੂ ਆਪ ਵਸਦਾ ਹੈ ਗੁਰੂ ਗ੍ਰੰਥ ਦੇ ਰੂਪ ਵਿੱਚ। ਇਸ ਤਰ੍ਹਾਂ ਗੁਰਦੁਆਰਾ ਸਿੱਖਾਂ ਲਈ ਖਾਲੀ ਪੂਜਾ ਦਾ ਸਥਾਨ ਨਾ ਹੋ ਕੇ ਗੁਰੂ ਦਾ ਠਿਕਾਣਾ ਹੈ, ਜਿਸ ਦੀ ਜਾਂ ਤਾਂ ਕਿਸੇ ਪਾਤਸ਼ਾਹੀ ਨਾਲ ਸਿੱਧੀ ਇਤਿਹਾਸਕ ਸਾਂਝ ਜੁੜੀ ਹੋਈ ਹੈ ਅਤੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੇ ਪਾਠ ਦਾ ਸਦਕਾ ਹੀ ਇਹ ਸਿੱਖਾਂ ਨੂੰ ਗੁਰੂ ਦੀ ਨਿਰੰਤਰ ਹੋਂਦ ਦਾ ਅਹਿਸਾਸ ਕਰਾਉਂਦਾ ਹੈ। ਇਸ ਦ੍ਰਿਸ਼ਟੀ ਤੋਂ ਵੇਖਿਆ ਗੁਰਦੁਆਰਾ ਸਿੱਖਾਂ ਲਈ ਉਹਨਾਂ ਦੀ ਸਭ ਤੋਂ ਵੱਧ ਪਿਆਰੀ ਤੇ ਸਭ ਨਾਲੋਂ ਵੱਧ ਕੇ ਪੂਜਨੀਕ ਹਸਤੀ ਨੂੰ ਅੰਗੀਭੂਤ ਕਰਦੀ ਮੁਕੱਦਸ ਜਗ੍ਹਾ ਹੈ। ਇਸ ਕਰਕੇ ਗੁਰਦੁਆਰਿਆਂ ਨਾਲ ਸਿੱਖਾਂ ਦੇ ਪ੍ਰੇਮ ਭਾਵ, ਲਗਾਓ ਤੇ ਸ਼ਰਧਾ ਦੀ ਕੈਲਕੂਲਸ ਅਸਲੋਂ ਹੀ ਅਨੋਖੀ ਹੈ। ਓਪਰਿਆਂ ਲਈ ਇੱਕਦਮ ਅਚੰਭਾਜਨਕ। ਸਿੱਖਾਂ ਦਾ ਸਵੈਮਾਨ ਜਿਸ ਚੀਜ਼ ਨਾਲ ਸਭ ਤੋਂ ਵੱਧ ਜੁੜਿਆ ਹੈ ਉਹ ਗੁਰਦੁਆਰੇ ਹਨ। ਇਹ ਸਿੱਖ ਕੌਮ ਦੀ ਆਬਰੂ ਤੇ ਸਨਮਾਨ ਦਾ ਚਿੰਨ੍ਹ ਹਨ। ਇਹੀ ਕਾਰਨ ਹੈ ਕਿ ਗੁਰਦੁਆਰਿਆਂ ਦਾ ਕਿਸੇ ਵੀ ਰੂਪ ਵਿੱਚ ਅਪਮਾਨ ਸਿੱਖਾਂ ਲਈ ਸਹਿਣ ਕਰ ਸਕਣਾ ਮੁਸ਼ਕਲ ਹੋ ਜਾਂਦਾ ਹੈ। ਇਹ ਅਣਹੋਣੀ ਅਤੇ ਅਟਲ ਰੂਪ ਵਿੱਚ ਬਰਦਾਸ਼ਤ ਤੋਂ ਬਾਹਰੀ ਹੋ ਨਿਬੜਦੀ ਹੈ। ਇਸ ਗੱਲ ਨੂੰ ਕਰਮ ਸਿੰਘ ਹਿਸਟੋਰੀਅਨ ਤੋਂ ਵੱਧ ਚੰਗੀ ਤਰ੍ਹਾਂ ਹੋਰ ਕੋਈ ਨਹੀਂ ਸਮਝ ਸਕਦਾ। ਖਾਲਸਾਈ ਖੂਨ ਨੂੰ ਕੋਈ ਗੱਲ ਐਡੀ ਛੇਤੀ ਜੋਸ਼ ਵਿੱਚ ਨਹੀਂ ਲਿਆਉਂਦੀ ਜਿੱਡੀ ਛੇਤੀ ਕਿ ਗੁਰਦੁਆਰਿਆਂ ਦੀ ਬੇਅਦਬੀ ਦੀ ਖਬਰ ਅਤੇ ਕੁਰਬਾਨੀ ਕਰਨ ਲਈ ਖਾਲਸਾ ਇਤਨਾ ਕਾਹਲਾ ਕਦੇ ਨਹੀਂ ਹੋਇਆ ਜਿਤਨਾ ਕਿ ਗੁਰਦੁਆਰਿਆਂ ਦੀ ਖਾਤਰ। ਅਗਸਤ 1985 ਵਿੱਚ ਪਾਕਿਸਤਾਨ ਦੀ ਫੈਸਲਾਬਾਦ ਜੇਲ੍ਹ ਅੰਦਰ ਵਾਪਰੀ ਇੱਕ ਘਟਨਾ ਦੀ ਪੁਖਤਾ ਉਦਾਹਰਣ ਮੁਹੱਈਆ ਕਰਦੀ ਹੈ। ਇਸ ਤੱਥ ਦੀ ਪੁਸ਼ਟੀ ਇੱਕ ਸਰਵੇਖਣ ਦੁਆਰਾ ਵੀ ਹੋਈ ਹੈ ਕਿ ਦੁਨੀਆ ਦੇ ਹੋਰਨਾਂ ਧਾਰਮਿਕ ਭਾਈਚਾਰਿਆਂ ਦੇ ਮੁਕਾਬਲੇ ਸਿੱਖ ਵੱਧ ਸ਼ਿੱਦਤ ਨਾਲ ਆਪਣੇ ਧਾਰਮਿਕ ਅਸਥਾਨਾਂ ਅਥਵਾ ਗੁਰੂ ਘਰਾਂ ਨਾਲ ਜੁੜੇ ਹੋਏ ਹਨ। ਸਰਵੇਖਣ ਦੇ ਮੁਤਾਬਕ ਪੇਂਡੂ ਸਿੱਖਾਂ ਚੋਂ 96.6 ਲੋਕ ਅਕਸਰ ਗੁਰਦੁਆਰੇ ਜਾਂਦੇ ਹਨ। ਇਹਨਾਂ ਚੋਂ 38.2% ਅਜਿਹੇ ਹਨ ਜੋ ਲਗਭਗ ਰੋਜ਼ਾਨਾ ਜਾਂ ਵੱਧ ਬਾਕਾਇਦਗੀ ਨਾਲ ਗੁਰਦੁਆਰੇ ਜਾਂਦੇ ਹਨ। ਇਹ ਸਰਵੇਖਣ ਪੇਂਡੂ ਇਲਾਕੇ ਦਾ ਹੈ। ਸ਼ਹਿਰੀ ਸਿੱਖ ਇਸ ਨਾਲੋਂ ਵੀ ਵੱਧ ਬਾਕਾਇਦਗੀ ਨਾਲ ਗੁਰਦੁਆਰੇ ਜਾਂਦੇ ਹਨ। ਇੱਥੋਂ ਤੱਕ ਕਿ ਕਮਿਊਨਿਸਟ ਵੀ ਖਾਸ ਕਰਕੇ ਵੱਡੀ ਉਮਰ ਦੇ ਖਾਸ ਮੌਕਿਆਂ ਤੇ ਗੁਰਦੁਆਰੇ ਹਾਜ਼ਰੀ ਲਵਾਉਣ ਤੋਂ ਨਹੀਂ ਖੁੰਝਦੇ। ਇਸ ਦੀ ਤੁਲਨਾ ਵਿੱਚ ਭਾਰਤ ਅੰਦਰ ਮੰਦਰ ਜਾਣ ਵਾਲੇ ਹਿੰਦੂਆਂ ਦੀ ਪ੍ਰਤੀਸ਼ਤਤਾ ਕਿਤੇ ਥੋੜੀ, ਸਿਰਫ 9.8 ਹੈ, ਭਾਵੇਂ ਕਿ ਘਰੇ ਹੀ ਆਰਾਧਨਾ ਪੂਜਾ ਕਰਨ ਵਾਲੇ ਹਿੰਦੂਆਂ ਦੀ ਪ੍ਰਤੀਸ਼ਤ 69.3 ਹੈ। ਸਰਵੇਖਣ ਮੁਤਾਬਕ ਗੁਰਦੁਆਰੇ ਸਿੱਖ ਜਗਤ ਅੰਦਰ ਸਿੱਖ ਪਛਾਣ ਦੇ ਚਿੰਨ੍ਹਾਂ
ਅਤੇ ਸਿੱਖ ਪੰਥ ਦੀ ਲਾਮਬੰਦੀ ਦੇ ਕੇਂਦਰਾਂ ਦਾ ਰੋਲ ਨਿਭਾਉਂਦੇ ਹਨ ਅਤੇ ਨਾਲ ਹੀ ਸਿੱਖ ਭਾਈਚਾਰੇ ਨੂੰ ਇਕਮੁੱਠ ਕਰਨ ਵਾਲੀ ਤਾਕਤ ਵਜੋਂ ਵੀ। ਜਿਨ੍ਹਾਂ ਸਿੱਖਾਂ ਦਾ ਸਰਵੇਖਣ ਕੀਤਾ ਗਿਆ ਉਹਨਾਂ ਚੋਂ 96.4% ਅਜਿਹੇ ਸਨ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਦਰਸ਼ਨ ਘੱਟੋ ਘੱਟ ਇੱਕ ਵਾਰ ਜ਼ਰੂਰ ਕੀਤੇ ਹੋਏ ਸਨ। ਸਿਰਫ ਗਿਣਤੀ ਦੇ ਕੱਟੜ ਨਾਸਤਕ ਹੀ ਹਨ ਜਿਨ੍ਹਾਂ ਅੰਦਰ ਦਰਬਾਰ ਸਾਹਿਬ ਦੇ ਦਰਸ਼ਨਾਂ ਦੀ ਖਿੱਚ ਨਹੀਂ। ਬਾਕੀ ਹਰ ਸੋਚ ਤੇ ਹਰ ਵੰਨਗੀ ਦੇ ਸਿੱਖਾਂ ਅੰਦਰ ਦਰਬਾਰ ਸਾਹਿਬ ਸਮੇਤ ਹੋਰਨਾਂ ਸਿੱਖ ਤੀਰਥਾਂ ਕੇਂਦਰਾਂ ਜਿਵੇਂ ਆਨੰਦਪੁਰ ਸਾਹਿਬ, ਹਜੂਰ ਸਾਹਿਬ, ਫਤਿਹਗੜ੍ਹ ਸਾਹਿਬ, ਦਮਦਮਾ ਸਾਹਿਬ ਆਦਿ ਦੇ ਦਰਸ਼ਨਾਂ ਦੀ ਤੀਬਰ ਅਭਿਲਾਸ਼ਾ ਕਿਸੇ ਕੋਲੋਂ ਭੁੱਲੀ ਹੋਈ ਨਹੀਂ। ਸਰਵੇਖਣ ਚੋਂ ਇਹ ਤੱਥ ਵੀ ਜ਼ਾਹਰ ਹੋਇਆ ਹੈ ਕਿ 79% ਸਿੱਖ ਅਜਿਹੇ ਹਨ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਘੱਟੋ ਘੱਟ ਇੱਕ ਵਾਰ ਜ਼ਰੂਰ ਅਖੰਡ ਪਾਠ ਕਰਵਾਇਆ। ਸੋ ਉਪਰੋਕਤ ਵਿਚਾਰ ਚਰਚਾ ਦਾ ਨਿਚੋੜ ਇਹ ਹੈ ਕਿ ਖਾਲਸਾਈ ਖੂਨ ਨੂੰ ਉਹੀ ਗੱਲ ਜੋਸ਼ ਵਿੱਚ ਲਿਆ ਸਕਦੀ ਹੈ ਜਿਸ ਦਾ ਸੰਬੰਧ ਸਿੱਧੇ ਤੇ ਸਪਸ਼ਟ ਰੂਪ ਵਿੱਚ ਗੁਰੂ ਸਾਹਿਬਾਨ ਨਾਲ ਜੁੜਿਆ ਹੋਵੇ। ਸਿੱਖ ਆਪਣੀ ਨਿਆਰੀ ਹਸਤੀ ਪ੍ਰਤੀ ਵੀ ਇਸ ਕਰਕੇ ਹੀ ਵੱਧ ਭਾਵੁਕ ਤੇ ਸੰਵੇਦਨਸ਼ੀਲ ਹਨ ਕਿ ਸਰੂਪ ਤੇ ਵਿਚਾਰਧਾਰਾ ਦੋਨਾਂ ਹੀ ਪੱਖਾਂ ਤੋਂ ਸਿੱਖ ਇਸ ਨੂੰ ਆਪਣੇ ਗੁਰੂ ਸਾਹਿਬਾਨ ਦੀ ਬੇਨਜ਼ੀਰ ਬਖਸ਼ਿਸ਼ ਮੰਨ ਕੇ ਚੱਲਦੇ ਹਨ। ਸਿੱਖ ਵਿਸ਼ਵਾਸ ਮੁਤਾਬਕ ਇਹ ਗੁਰੂ ਸਾਹਿਬਾਨ ਵੱਲੋਂ ਆਪਣੇ ਸਿੱਖਾਂ ਨੂੰ ਸੌਂਪੀ ਅਨਮੋਲ ਨਿਸ਼ਾਨੀ ਤੇ ਅਮਾਨਤ ਹੈ ਜਿਸ ਨੂੰ ਮਰਦੇ ਦਮ ਤੱਕ ਸਾਂਭ ਕੇ ਰੱਖਣਾ ਉਹਨਾਂ ਦਾ ਮੁਤਬਰਕ ਫਰਜ਼ ਹੈ। ਇਸ ਦ੍ਰਿਸ਼ਟੀ ਤੋਂ ਦੇਖਿਆਂ ਗਦਰੀ ਦੇਸ਼ ਭਗਤਾਂ ਵੱਲੋਂ ਦਿਖਾਈ ਅਤ ਦਰਜੇ ਦੀ ਸੁਹਿਰਦਤਾ, ਸੂਰਮਗਤੀ ਤੇ ਕੁਰਬਾਨੀ ਦੇ ਬਾਵਜੂਦ ਸਿੱਖ ਜਨਤਾ ਅੰਦਰ ਜੁਝਾਰੂ ਸਪਿਰਟ ਪੈਦਾ ਕਰਨ ਦੀਆਂ ਉਹਨਾਂ ਦੀਆਂ ਉਮੀਦਾਂ ਤੇ ਤਰਕੀਬਾਂ ਦੇ ਅਸਫਲ ਹੋ ਜਾਣ ਦੇ ਕਾਰਨ ਸਪਸ਼ਟ ਹੋ ਜਾਂਦੇ ਹਨ। ਗਦਰੀ ਦੇਸ਼ ਭਗਤਾਂ ਦਾ ਪ੍ਰਮੁੱਖ ਸਰੋਕਾਰ ਸਮੁੱਚੇ ਭਾਰਤ ਦੇਸ਼ ਨੂੰ ਬਰਤਾਨਵੀ ਗਲਬੇ ਤੋਂ ਮੁਕਤ ਕਰਵਾਉਣਾ ਸੀ ਅਤੇ ਇਸ ਮਨੋਰਥ ਲਈ ਉਹਨਾਂ ਦਾ ਜ਼ੋਰ ਭਾਰਤ ਦੇ ਲੋਕਾਂ ਨੂੰ ਧਾਰਮਿਕ ਤੰਗ ਨਜ਼ਰੀਏ ਤੋਂ ਉੱਪਰ ਉੱਠਣ ਦੀ ਸਿੱਖਿਆ ਦੇਣ ਤੇ ਲੱਗਾ ਹੋਇਆ ਸੀ। ਇਹ ਪੈਂਤੜਾ ਦੇਖਣ ਨੂੰ ਜਿੰਨਾ ਖਰਾ, ਸ਼ੁੱਧ ਅਤੇ ਮਾਨਵਵਾਦੀ ਤੇ ਨਾਲ ਹੀ ਇਨਕਲਾਬੀ ਪ੍ਰਤੀਤ ਹੁੰਦਾ ਹੈ, ਅਮਲ ਵਿੱਚ ਓਨਾ ਹੀ ਅਸ਼ੁੱਧ ਤੇ ਉਲਟ ਉਪਜਾਊ ਹੈ। ਸਿੱਖ ਕੌਮ ਦੇ ਖਰੇ ਧਾਰਮਿਕ ਸਰੋਕਾਰਾਂ ਤੇ ਖਦਸ਼ਿਆਂ ਨੂੰ ਧਾਰਮਿਕ ਤੰਗ ਨਜ਼ਰੀ ਜਾਂ ਫਿਰਕਾ ਪ੍ਰਸਤੀ ਦਾ ਗੁਨਾਹ ਦੇ ਦੇਣਾ, ਸਿੱਖਾਂ ਦੇ ਸੂਖਮ ਭਾਵਾਂ ਤੇ ਸਰੋਕਾਰਾਂ ਪ੍ਰਤੀ ਬੇਰੁਖੀ ਦਾ ਪ੍ਰਗਟਾਵਾ ਕਰਨਾ ਹੈ। ਇਸ ਕਰਕੇ ਆਮ ਸਿੱਖ ਜਨਤਾ ਨੇ ਜੇਕਰ ਗਦਰੀ ਦੇਸ਼ ਭਗਤਾਂ ਦੀਆਂ ਅਪੀਲਾਂ ਤੇ ਕਾਰਵਾਈਆਂ ਪ੍ਰਤੀ ਕੋਈ ਬਹੁਤਾ ਉਤਸ਼ਾਹ ਪੂਰਨ ਹੁੰਗਾਰਾ ਨਹੀਂ ਭਰਿਆ ਤਾਂ ਇਸ ਵਿੱਚ ਹੈਰਾਨੀ ਦੀ ਕੋਈ ਗੱਲ ਨਹੀਂ ਹੈ। ਦੇਸ਼ ਦੀ ਆਜ਼ਾਦੀ ਚੋਂ ਸਵੈ ਸਿੱਧ ਹੀ ਭਾਰਤ ਦੇ ਹਰ ਵਰਗ ਦੀ ਆਜ਼ਾਦੀ ਚਿਤਵਣ ਵਾਲਾ ਇਹ ਸਿਧਾਂਤ ਅਤੇ ਪੈਂਤੜਾ ਕਿੰਨਾ ਖੋਖਲਾ ਤੇ ਗੁੰਮਰਾਹਕੁਨ ਹੈ, ਸਿੱਖ ਇਸ ਨੂੰ ਭਲੀ ਭਾਂਤ ਵੇਖ ਹੰਢਾ ਚੁੱਕੇ ਹਨ। ਬਾਅਦ ਵਿੱਚ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀ ਵੀ ਮੂਲ ਰੂਪ ਵਿੱਚ ਇਹੀ ਸਿਧਾਂਤਕ ਨਜ਼ਰੀਆ ਤੇ ਪਹੁੰਚ ਅਪਣਾ ਕੇ ਚੱਲੇ। ਸਗੋਂ ਭਗਤ ਸਿੰਘ ਨੇ ਪੱਛਮ ਦੀ ਲਿਬਰਲ ਵਿਚਾਰਧਾਰਾ ਦੇ ਅਸਰ ਹੇਠ ਧਰਮ ਪ੍ਰਤੀ ਆਮ ਰੂਪ ਵਿੱਚ ਹੀ ਕੁਝ ਵਧੇਰੇ ਹੀ ਇਨਕਾਰੀ ਰੁਖ ਧਾਰਨ ਕਰ ਲਿਆ ਸੀ। ਬਚਪਨ ਦੇ ਆਰੀਆ ਸਮਾਜੀ ਸੰਸਕਾਰਾਂ ਉੱਤੇ ਇਸ ਲਿਬਰਲ ਵਿਚਾਰਧਾਰਾ ਦੀ ਪਿਉਂਦ ਨੇ ਭਗਤ ਸਿੰਘ ਨੂੰ ਤਤਕਾਲੀ ਸਿੱਖ ਲਹਿਰ ਪ੍ਰਤੀ ਖਾਸ ਕਰਕੇ ਹੀ ਵਧੇਰੇ ਸਨਕੀ ਰਵੱਈਆ ਅਪਣਾਉਣ ਦੀ ਮੰਦਭਾਗੀ ਪੋਜੀਸ਼ਨ ਵੱਲ ਧੱਕ ਦਿੱਤਾ ਸੀ। ਇਸ ਕਰਕੇ ਗੁਰਦੁਆਰਿਆਂ ਦੀ ਆਜ਼ਾਦੀ ਦੇ ਜਿਸ ਅੰਦੋਲਨ ਨੇ ਸਾਰੀ ਸਿੱਖ ਕੌਮ ਦਾ ਧਿਆਨ ਮੱਲ ਰੱਖਿਆ ਹੋਇਆ ਸੀ, ਉਹ ਅੰਦੋਲਨ ਭਗਤ ਸਿੰਘ ਦੇ ਮਨ ਤੇ ਬਹੁਤਾ ਹਾਂ ਪੱਖੀ ਅਸਰ ਜਾਂ ਉਤਸ਼ਾਹ ਨਹੀਂ ਸੀ ਛੱਡ ਰਿਹਾ। ਇਸ ਕਰਕੇ ਸ਼ਹੀਦ ਭਗਤ ਸਿੰਘ ਦੀ ਦਿਲ ਖਿੱਚਵੀਂ ਸ਼ਹਾਦਤ ਨੇ ਉਸ ਨੂੰ ਸਿੱਖ ਜਨਤਾ ਅੰਦਰ ਭਾਵੇਂ ਕਿ ਬੇਹੱਦ ਹਰਮਨ ਪਿਆਰਾ ਜ਼ਰੂਰ ਬਣਾ ਦਿੱਤਾ ਅਤੇ ਆਪਣੀ ਦਲੇਰੀ ਤੇ ਸੂਰਮਗਤੀ ਸਦਕਾ ਉਸਨੇ ਭਾਰਤ ਦੇ ਹੋਰਨਾਂ ਲੋਕਾਂ ਵਾਂਗ ਹੀ ਸਿੱਖ ਜਗਤ ਅੰਦਰ ਵੀ ਮਾਣਯੋਗ ਸ਼ਹੀਦ ਦਾ ਰੁਤਬਾ ਜ਼ਰੂਰ ਹਾਸਲ ਕਰ ਲਿਆ ਹੈ। ਪਰ ਉਹ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਤੇ ਬਾਬਾ ਦੀਪ ਸਿੰਘ ਜੀ ਵਰਗੇ ਸਿੱਖ ਸ਼ਹੀਦਾਂ ਦੀ ਤਰ੍ਹਾਂ ਸਿੱਖ ਪਰੰਪਰਾ ਦਾ ਦ੍ਰਿਸ਼ਟਾਂਤਯੋਗ ਮਾਡਲ ਨਹੀਂ ਬਣ ਸਕਿਆ।
ਉਸ ਤੋਂ ਬਾਅਦ ਪੰਜਾਬ ਅੰਦਰ ਖੱਬੇ ਪੱਖੀ ਕਮਿਊਨਿਸਟ ਤਾਕਤਾਂ ਨੇ ਵੀ ਇਸੇ ਸਿਧਾਂਤਕ ਕੁਰਾਹੇ ਉੱਤੇ ਅੱਗੇ ਵਧਦੇ ਹੋਏ ਅਲੱਗ-ਅਲੱਗ ਮੌਕਿਆਂ ਤੇ ਇੱਕ ਹੱਥ ਸਿੱਖਾਂ ਦੇ ਜੁਝਾਰੀ ਵਿਰਸੇ ਨੂੰ ਉਚਿਆਉਣ ਪਰ ਦੂਜੇ ਹੱਥ ਉਹਨਾਂ ਦੇ ਧਾਰਮਿਕ ਸਰੋਕਾਰਾਂ ਤੇ ਵਿਸ਼ਵਾਸਾਂ ਪ੍ਰਤੀ ਹੱਦ ਦਰਜੇ ਦਾ ਸਨਕੀ ਰਵੱਈਆ ਅਪਣਾ ਕੇ ਚੱਲਣ ਦੀ ਨਾਕਸ ਪਹੁੰਚ ਅਪਣਾਈ ਰੱਖੀ। ਇਸ ਵਜ੍ਹਾ ਕਰਕੇ ਸਿੱਖ ਕੌਮ ਦੇ ਵੱਡੇ ਹਿੱਸਿਆਂ ਵੱਲੋਂ ਹਰ ਅਹਿਮ ਮੌਕੇ ਤੇ ਖੱਬੇ ਪੱਖੀ ਤਾਕਤਾਂ ਨੂੰ ਠੁਕਰਾ ਕੇ ਅਕਾਲੀ ਰਾਜਨੀਤੀ ਦਾ ਡਟਵਾਂ ਪੱਖ ਪੂਰਨਾ ਕੋਈ ਸਮਝੋਂ ਬਾਹਰਾ ਵਰਤਾਰਾ ਨਹੀਂ, ਨਿਰਧਾਰਤ ਪੈਰਾਡਾਈਮ ਦੇ ਦਾਇਰੇ ਤੋਂ ਬਾਹਰ ਜਾ ਕੇ ਸਿੱਖ ਵਿਰਸੇ ਦੇ ਜੁਝਾਰੂ ਤੱਤ ਨੂੰ ਵਰਤਣ ਜਾਂ ਹਥਿਆਉਣ ਦੀ ਚੌਗਮਤੀ ਪਹੁੰਚ ਦਾ ਹਸ਼ਰ ਇਸ ਨਾਲੋਂ ਵੱਖਰਾ ਨਹੀਂ ਸੀ ਹੋਣਾ। ਇਤਿਹਾਸ ਦਾ ਇਹ ਤੱਥ ਬਹੁਤ ਹੀ ਮਹੱਤਵਪੂਰਨ ਹੈ ਕਿ ਸਿੱਖ ਰਾਜ ਦੇ ਖਾਤਮੇ ਤੋਂ ਬਾਅਦ ਸਿੱਖ ਜਨਤਾ ਸਿਰਫ ਉਦੋਂ ਹੀ ਵਿਆਪਕ ਪੱਧਰ ਤੇ ਜੱਦੋ-ਜਹਿਦ ਲਈ ਉਤੇਜਿਤ ਹੁੰਦੀ ਰਹੀ ਹੈ ਜਦੋਂ ਕਿਸੇ ਨਾ ਕਿਸੇ ਸ਼ਕਲ ਵਿੱਚ ਗੁਰਦੁਆਰਿਆਂ ਦੀ ਬੇਅਦਬੀ ਦਾ ਮਸਲਾ ਸਿੱਧੇ ਰੂਪ ਵਿੱਚ ਸਾਹਮਣੇ ਆ ਖੜਾ ਹੁੰਦਾ ਰਿਹਾ। ਇਸ ਦੀ ਸਿੱਕੇਬੰਦ ਉਦਾਹਰਣ ਗੁਰਦੁਆਰਾ ਸੁਧਾਰ ਲਹਿਰ ਹੈ। ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਖਾਸ ਕਰਕੇ ਜੈਤੋ ਦੇ ਮੋਰਚੇ ਤੱਕ ਅੱਪੜਦਿਆਂ ਸਿੱਖ ਲੀਡਰਸ਼ਿਪ ਨੇ ਭਲੇ ਹੀ ਸਿੱਖ ਸੰਘਰਸ਼ ਨੂੰ ਭਾਰਤ ਦੇ ਆਜ਼ਾਦੀ ਅੰਦੋਲਨ ਦੀ ਮੁੱਖ ਧਾਰਾ ਅੰਦਰ ਸ਼ਾਮਲ ਕਰਨ ਦਾ ਸਿਧਾਂਤਕ ਪੈਂਤੜਾ ਅਖਤਿਆਰ ਕਰ ਲਿਆ ਸੀ, ਪਰ ਇਸ ਤੱਥ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ 1925 ਵਿੱਚ ਜਾ ਕੇ ਗੁਰਦੁਆਰਾ ਐਕਟ ਦੇ ਪਾਸ ਹੋ ਜਾਣ ਨਾਲ ਜਿਉਂ ਹੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਮੁੱਦਾ ਠੰਡਾ ਪੈ ਗਿਆ ਤਾਂ ਇਸ ਦੇ ਨਾਲ ਹੀ ਸਿੱਖਾਂ ਦਾ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਅੰਦਰ ਸਰਗਰਮ ਹੋਣ ਦਾ ਜੋਸ਼ ਵੀ ਠਰਨਾ ਸ਼ੁਰੂ ਹੋ ਗਿਆ ਸੀ। ਬਾਅਦ ਚ ਜਾ ਕੇ ਜਿਉਂ ਹੀ ਫਿਰ ਕਿਸੇ ਰੂਪ ਵਿੱਚ ਗੁਰਦੁਆਰਿਆਂ ਦਾ ਮੁੱਦਾ ਉੱਠ ਖੜਾ ਹੁੰਦਾ ਰਿਹਾ, ਜਿਵੇਂ ਕਿ 1930 ਵਿੱਚ ਦਿੱਲੀ ਵਿਖੇ ਗੁਰਦੁਆਰਾ ਸੀਸਗੰਜ ਤੇ ਫਿਰ 1935 ਵਿੱਚ ਲਾਹੌਰ ਵਿਖੇ ਸ਼ਹੀਦਗੰਜ ਦਾ ਮਸਲਾ ਉੱਠ ਖੜਾ ਹੋਇਆ ਸੀ, ਤਾਂ ਅੰਦੋਲਨ ਅੰਦਰ ਸਿੱਖ ਜਨਤਾ ਦੀ ਸ਼ਮੂਲੀਅਤ ਵਿੱਚ ਇੱਕਦਮ ਛੜੱਪਾ ਮਾਰ ਵਾਧਾ ਹੋ ਜਾਂਦਾ ਰਿਹਾ। ਭਾਰਤ ਦੀ ਆਜ਼ਾਦੀ ਤੋਂ ਬਾਅਦ ਪੰਜਾਬੀ ਸੂਬੇ ਦੇ ਅੰਦੋਲਨ ਦੌਰਾਨ ਵੀ ਅਲੱਗ-ਅਲੱਗ ਮੌਕਿਆਂ ਤੇ ਗੁਰਦੁਆਰਿਆਂ ਦੀ ਬੇਅਦਬੀ ਦੀਆਂ ਟੁੱਟਵੀਆਂ ਕਹਿਰੀਆਂ ਵਾਰਦਾਤਾਂ ਅੰਦੋਲਨ ਨੂੰ ਲਗਾਤਾਰ ਤਿੱਖਾ ਵੇਗ ਮੁਹੱਈਆ ਕਰਦੀਆਂ ਰਹੀਆਂ। ਇਹ ਕੋਈ ਇਤਫਾਕੀਆ ਗੱਲ ਨਹੀਂ ਸੀ ਕਿ ਸਿੱਖ ਜਗਤ ਉੱਤੇ ਜੱਲਿਆਂਵਾਲੇ ਬਾਗ ਦੇ ਸਾਕੇ ਨਾਲੋਂ ਨਨਕਾਣਾ ਸਾਹਿਬ ਦੇ ਸਾਕੇ ਦਾ ਅਸਰ ਵਧੇਰੇ ਗਹਿਰਾ ਤੇ ਦੇਰ ਪਾ ਸਾਬਤ ਹੋਇਆ। ਹੁੰਦਾ ਵੀ ਕਿਉਂ ਨਾ, ਆਖਰਕਾਰ ਨਨਕਾਣਾ ਸਾਹਿਬ ਦੇ ਮਸਲੇ ਦਾ ਸੰਬੰਧ ਸਿੱਧੇ ਰੂਪ ਵਿੱਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਅਸਥਾਨ ਨਾਲ ਜੁੜਿਆ ਹੋਇਆ ਸੀ। ਆਪਣੇ ਗੁਰੂ ਦੀ ਕੋਈ ਵੀ ਯਾਦ ਨਿਸ਼ਾਨੀ ਸਿੱਖਾਂ ਲਈ ਵੱਡੇ ਮਾਇਨੇ ਰੱਖਦੀ ਹੈ। ਉਹ ਇਸ ਨੂੰ ਆਪਣੀ ਰੂਹਾਨੀ ਅਮਾਨਤ ਮੰਨ ਕੇ ਚੱਲਦੇ ਹਨ। ਇਸ ਕਰਕੇ ਬਕੌਲ ਪ੍ਰੋਫੈਸਰ ਪੂਰਨ ਸਿੰਘ ਇਸ ਥੀਂ ਛੁੱਟ ਉਹਨਾਂ ਲਈ ਹੋਰ ਸਭ ਤੁੱਛ ਹੋ ਜਾਂਦਾ ਹੈ। ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਕਿ ਜੇਕਰ ਨਨਕਾਣਾ ਸਾਹਿਬ ਦਾ ਸਾਕਾ ਨਾ ਵਰਤਿਆ ਹੁੰਦਾ ਤਾਂ ਸਿੱਖ ਜਗਤ ਉੱਤੇ ਜੱਲਿਆਂਵਾਲੇ ਕਾਂਡ ਦਾ ਅਸਰ ਸ਼ਾਇਦ ਇੰਨਾ ਚਿਰ ਸਥਾਈ ਨਾ ਹੁੰਦਾ। ਇਹ ਤੱਥ ਵੀ ਗੌਰਤਲਬ ਹੈ ਕਿ ਨਨਕਾਣਾ ਸਾਹਿਬ ਦਾ ਸਾਕਾ ਵਰਤਿਆਂ ਤਾਂ ਸਿੱਖਾਂ ਨੇ ਆਪ ਮੁਹਾਰੇ ਹੀ ਹਜ਼ਾਰਾਂ ਦੀ ਗਿਣਤੀ 'ਚ ਅਕਾਲ ਤਖਤ ਸਾਹਿਬ ਵੱਲ ਵਹੀਰਾਂ ਘੱਤ ਦਿੱਤੀਆਂ ਸਨ, ਜਦੋਂ ਕਿ ਜੱਲਿਆਂਵਾਲੇ ਕਾਂਡ ਤੋਂ ਬਾਅਦ ਆਮ ਸਿੱਖ ਜਨਤਾ ਅੰਦਰ ਜਾਂ ਪੰਥਕ ਪ੍ਰੈਸ ਅੰਦਰ ਇਸ ਕਦਰ ਤਿੱਖੇ ਤੇ ਸਮੂਹਕ ਪ੍ਰਤੀਕਰਮ ਦਾ ਕੋਈ ਪ੍ਰਮਾਣ ਨਹੀਂ ਮਿਲਦਾ। ਬਰਤਾਨਵੀ ਰਾਜ ਮੌਕੇ ਸਿੱਖ ਰੈਜੀਮੈਂਟ ਦੇ ਇੱਕ ਗੋਰੇ ਅਫਸਰ ਮੇਜਰ ਏ.ਈ. ਬਾਸਟੋ ਨੇ ਇਹ ਗੱਲ ਬੁੱਝਣ 'ਚ ਰਤੀ ਉਕਾਈ ਨਹੀਂ ਸੀ ਕੀਤੀ ਕਿ ਅਕਾਲੀ ਅੰਦੋਲਨ ਅਰਥਾਤ ਗੁਰਦੁਆਰਾ ਸੁਧਾਰ ਲਹਿਰ ਆਪਣੇ ਬਾਹਰੀ ਇਜ਼ਹਾਰਾਂ ਪੱਖੋਂ ਭਲੇ ਹੀ ਰਾਜਨੀਤਿਕ ਤੇ ਧਾਰਮਿਕ ਸੀ, ਪਰੰਤੂ ਇਸ ਨੂੰ ਅੰਤਰੀਵ ਪ੍ਰੇਰਨਾ ਦੇਣ ਵਾਲਾ ਤੱਤ ਸਿੱਖਾਂ ਦਾ ਧਾਰਮਿਕ ਜੋਸ਼ ਸੀ। ਲਹਿਰ ਦੇ ਸੰਚਾਲਕਾਂ ਨੇ ਸਿੱਖਾਂ ਨੂੰ ਇਹ ਗੱਲ ਜਚਾ ਦਿੱਤੀ ਹੋਈ ਸੀ ਕਿ ਉਹਨਾਂ ਦਾ ਧਰਮ ਖਤਰੇ ਵਿੱਚ ਹੈ ਅਤੇ ਗੁਰੂ ਨੂੰ ਉਹਨਾਂ ਦੀਆਂ ਨਿੱਜੀ ਸੇਵਾਵਾਂ ਤੇ ਕੁਰਬਾਨੀਆਂ ਦੀ ਲੋੜ ਹੈ। ਇਸ ਧਾਰਮਿਕ ਹੁਲਾਸ ਵਿੱਚ ਰੰਗੇ ਜਥੇ ਰੋਜ਼ਾਨਾ ਦਰਬਾਰ ਸਾਹਿਬ ਤੋਂ ਕੂਚ ਕਰਦੇ ਰਹੇ। ਲੇਖਕ ਸਰਦਾਰ ਅਜਮੇਰ ਸਿੰਘ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।